ਸਵਾਗਤ ਜੀ ਅੱਗੇ ਦੀ ਕਹਾਣੀ ਵਿੱਚ। ਜੇਕਰ ਪਹਿਲਾ ਭਾਗ ਨਹੀਂ ਵੇਖਿਆ ਤਾਂ ਆਈ ਬਟਨ ਤੇ ਕਲਿੱਕ ਕਰਕੇ ਵੇਖ ਸਕਦੇ ਹੋ। ਚਲੋ ਸ਼ੁਰੂ ਕਰਦੇ ਹਾਂ। ਗਹਿਣੇ ਮਨੀਸ਼ ਨੇ ਗੱਡੀਆਂ ਖਰੀਦਣ ਵੇਲੇ ਹੀ ਵੇਚ ਦਿੱਤੇ ਸਨ। ਜਾ ਕਿਤੇ ਮਰ ਜਾ, ਇਹਨਾਂ ਬੱਚਿਆਂ ਨੂੰ ਉੱਥੇ ਹੀ ਕਿਉਂ ਨਹੀਂ ਛੱਡ ਦਿੱਤਾ ਤੇ ਇਕੱਲੀ ਹੀ ਆ ਜਾਂਦੀ। ਮਾਂ ਦੀਆਂ ਗੱਲਾਂ ਸੁਣ ਕੇ ਪਿਤਾ ਜੀ ਬੋਲੇ, ਚੁੱਪ ਕਰ ਚਰਨੋ, ਕੁੜੀ ਦੇ ਮਗਰ ਨਾ ਪੈ, ਇਹ ਸਭ ਤੁਹਾਡਾ ਕਸੂਰ ਹੈ। ਹੁਣ ਉਸ ਨੂੰ ਕਿਤੇ ਨਾ ਕਿਤੇ ਨੌਕਰੀ ਕਰਨੀ ਹੀ ਪਵੇਗੀ, ਭਾਵੇਂ ਕੋਈ ਵੀ ਹੋਵੇ। ਮਾਂ ਬੜੀ ਬੇਬਾਕੀ ਨਾਲ ਬੋਲੀ, ਇਹ ਆਪਣਾ ਗੁਆਂਢੀ ਰਾਜੂ ਹੈ ਨਾ, ਜੋ ਇਹਦੇ ਨਾਲ ਪੜ੍ਹਦਾ ਸੀ। ਸੁਣਿਆ ਹੈ ਕਿ ਉਹ ਵੱਡਾ ਹੈੱਡਮਾਸਟਰ ਬਣ ਗਿਆ ਹੈ। ਉਹ ਚਪੜਾਸੀ ਤਾਂ ਰੱਖ ਸਕਦਾ ਹੈ। ਤੇਰਾ ਕਹਿਣਾ ਨਹੀਂ ਮੋੜੇਗਾ, ਬੱਚੇ ਵੀ ਮੁਫਤ ਵਿੱਚ ਪੜ੍ਹਾਈ ਕਰਨਗੇ। ਮਾਂ ਦੀ ਗੱਲ ਮੇਰੇ ਦਿਲ ਵਿੱਚ ਕੰਡੇ ਵਾਂਗ ਧੱਸ ਗਈ। ਮੈਂ ਚਿੜ ਕੇ ਕਿਹਾ, ਕਿਉਂ ਮਾਂ, ਹੁਣ ਕਿਉਂ? ਇਹ ਉਹੀ ਰਾਜੂ ਹੈ ਜਿਸ ਨਾਲ ਮੈਂ ਆਪਣਾ ਮੂੰਹ ਕਾਲਾ ਕਰ ਰਹੀ ਸੀ। ਕੀ ਹੁਣ ਤੇਰਾ ਮੂੰਹ ਕਾਲਾ ਨਹੀਂ ਹੋ ਜਾਵੇਗਾ? ਕੀ ਤੁਹਾਡੇ ਪਰਿਵਾਰ ਦਾ ਨਾਮ ਖਰਾਬ ਨਹੀਂ ਹੋਵੇਗਾ? ਤੁਸੀਂ ਕਿੰਨੇ ਦੋਗਲੇ ਚਿਹਰੇ ਵਾਲੇ ਹੋ ਮਾਂ। ਪਹਿਲੀ ਵਾਰ ਮੈਨੂੰ ਮਾਂ ਦੀਆਂ ਗੱਲਾਂ ਤੇ ਇਤਰਾਜ਼ ਹੋਇਆ। ਅੱਜ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਉਸੇ ਛੱਤ ਤੇ ਜਾ ਕੇ ਉੱਚੀ ਉੱਚੀ ਰੋਵਾਂ। ਮੈਂ ਰੋਂਦੀ ਹੋਈ ਨੇ ਕਿਹਾ, ਮਾਂ ਤੁਸੀਂ ਆਪਣੇ ਬੋਲ ਤਾਂ ਪਕਾ ਦਿੱਤੇ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਮੇਰੀ ਜ਼ਿੰਦਗੀ ਵਿੱਚ ਕਿੰਨੇ ਮਾੜੇ ਦਿਨ ਲੰਘੇ ਹਨ। ਜੇ ਤੁਸੀਂ ਮੇਰਾ ਛੋਟੀ ਉਮਰ ਵਿੱਚ ਵਿਆਹ ਨਾ ਕੀਤਾ ਹੁੰਦਾ। ਮਾਂ ਨੇ ਵਿਚਕਾਰੋਂ ਕਿਹਾ, ਚੁੱਪ ਕਰ ਜਾ, ਤੂੰ ਆਪਣੇ ਬੰਦੇ ਨੂੰ ਬੰਨ੍ਹ ਕੇ ਰੱਖਿਆ ਹੁੰਦਾ ਤਾਂ ਤੈਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇਹ ਸਭ ਤੁਹਾਡਾ ਕਸੂਰ ਹੈ। ਤੂੰ ਬਹੁਤ ਸੋਹਣੀ ਹੈ। ਚੰਗਾ ਹੁੰਦਾ ਜੇ ਥੋੜੀ ਅਕਲ ਵਰਤੀ ਹੁੰਦੀ। ਛੋਟੀ ਉਮਰੇ ਹੀ ਵਿਆਹ ਹੋ ਗਿਆ। ਕੀ ਸਾਡਾ ਵਿਆਹ ਛੋਟੀ ਉਮਰ ਵਿੱਚ ਨਹੀਂ ਹੋਇਆ ਸੀ? ਇੰਨਾ ਹਿਗਾਮਾ ਕਿਉਂ ਮਚਾਇਆ ਹੈ? ਹੁਣ ਕੱਲ੍ਹ ਨੂੰ ਜਲਦੀ ਕਰਨਾ, ਸਵੇਰੇ ਸਵੇਰੇ ਰਾਜੂ ਦੇ ਸਕੂਲ ਜਾ ਆਵਾਂਗੇ। ਅਗਲੀ ਸਵੇਰ ਮੈਂ ਤੇ ਮਾਂ ਰਾਜੂ ਦੇ ਸਕੂਲ ਵਿੱਚ ਬੈਠੇ ਸੀ। ਮੈਂ ਹੀਣ ਭਾਵਨਾ ਮਹਿਸੂਸ ਕਰ ਰਹੀ ਸੀ। ਇਸੇ ਦੌਰਾਨ ਚਪੜਾਸੀ ਨੇ ਅੰਦਰ ਜਾਣ ਲਈ ਕਿਹਾ। ਕਮਰੇ ਦੇ ਬਾਹਰ ਪ੍ਰਿੰਸੀਪਲ ਦੀ ਤਖਤੀ ਲਟਕ ਰਹੀ ਸੀ। ਸਾਨੂੰ ਦੋਹਾਂ ਨੂੰ ਇਕੱਠੇ ਆਉਂਦੇ ਦੇਖ ਕੇ ਰਾਜੂ ਨੇ ਕਿਹਾ, ਮਾਸੀ ਤੁਸੀਂ ਸਨੇਹਾ ਕਿਵੇਂ ਹੋ? ਬਿਲਕੁਲ ਬਦਲ ਗਈ ਹੈ। ਸਹੁਰੇ ਘਰ ਰੋਟੀ ਮਿਲਦੀ ਹੈ ਜਾਂ ਨਹੀਂ? ਮਾਂ ਨੇ ਚਾਪਲੂਸ ਹੋ ਕੇ ਕਿਹਾ, ਨਹੀਂ ਪੁੱਤ, ਹੁਣ ਤਾਂ ਮੇਰੇ ਕੋਲ ਹੀ ਰਹਿ ਰਹੀ ਹੈ। ਮੈਂ ਇਸ ਲਈ ਹੀ ਆਈ ਹਾਂ। ਤੁਸੀਂ ਇੰਨੇ ਵੱਡੇ ਮਾਸਟਰ ਬਣ ਗਏ ਹੋ, ਇਸ ਨੂੰ ਵੀ ਇੱਥੇ ਚਪੜਾਸਨ ਰੱਖ ਲਵੋ। ਰਾਜੂ ਨੇ ਵਿਚਕਾਰੋਂ ਕਿਹਾ, ਮਾਸੀ ਤੁਸੀਂ ਕਿਉਂ ਮਜ਼ਾਕ ਕਰ ਰਹੇ ਹੋ? ਮਨੀਸ਼ ਤਾਂ ਖੂਬ ਕਮਾਈ ਕਰ ਲੈਂਦਾ ਹੈ। ਰਹਿਣ ਦਿਓ, ਉਹ ਕੀ ਕਮਾਉਂਦਾ ਹੈ? ਹੁਣ ਤੁਸੀਂ ਮੇਰੇ ਤੋਂ ਕੀ ਸੁਣੋਗੇ? ਜਦੋਂ ਮਾਂ ਨੇ ਘਰ ਦਾ ਸਾਰਾ ਹਾਲ ਖੁੱਲ੍ਹ ਕੇ ਦੱਸਿਆ ਤਾਂ ਰਾਜੂ ਨੇ ਕਿਹਾ, ਮਾਸੀ ਸਨੇਹਾ ਮੇਰੀ ਛੋਟੀ ਭੈਣ ਵਰਗੀ ਹੈ। ਇਸ ਬਾਰੇ ਚਿੰਤਾ ਨਾ ਕਰੋ। ਮੈਂ ਇਸ ਨੂੰ ਆਪਣੇ ਕੋਲ ਕੰਮ ਤੇ ਰੱਖ ਲਵਾਂਗਾ ਤੇ ਇਸ ਦੇ ਬੱਚੇ ਵੀ ਇੱਥੇ ਪੜ੍ਹਨਗੇ। ਤੈਨੂੰ ਇਹ ਗੱਲ ਪਹਿਲਾਂ ਦੱਸਣੀ ਚਾਹੀਦੀ ਸੀ। ਮੈਂ ਰਾਜੂ ਨੂੰ ਕਿਹਾ, ਪਰ ਰਾਜੂ ਨੂੰ ਕੁਝ ਸਮਝ ਨਾ ਆਇਆ। ਸਵਾਲੀਆਂ ਨਜ਼ਰਾਂ ਨਾਲ ਚੁੱਪਚਾਪ ਮੇਰੇ ਵੱਲ ਦੇਖਦਾ ਰਿਹਾ। ਤਾਂ ਮਾਂ ਨੇ ਕਿਹਾ, ਬਕਵਾਸ ਕਰਨਾ ਬੰਦ ਕਰ। ਹੁਣ ਤੁਸੀਂ ਦੱਸੋ, ਮੈਂ ਸੁਨੇਹਾ ਨੂੰ ਕਦੋਂ ਭੇਜਾਂ? ਕੱਲ੍ਹ ਤੋਂ ਭੇਜ ਦਿਓ, ਰਾਜੂ ਨੇ ਕਿਹਾ। ਅਸੀਂ ਦੋਵੇਂ ਘਰ ਨੂੰ ਰਵਾਨਾ ਹੋ ਗਈਆਂ। ਅਗਲੇ ਦਿਨ ਮੈਂ ਸਕੂਲ ਦੇ ਸਮੇਂ ਰਾਜੂ ਕੋਲ ਪਹੁੰਚ ਗਈ। ਅੱਜ ਮੇਰੀ ਝਿਜਕ ਥੋੜੀ ਘਟ ਗਈ ਸੀ। ਨਿਯੁਕਤੀ ਦੀ ਸਾਰੀ ਕਾਰਵਾਈ ਧਿਆਨ ਨਾਲ ਪੂਰੀ ਕੀਤੀ ਜਾ ਰਹੀ ਸੀ ਕਿ 5ਵੀਂ ਜਮਾਤ ਦੀ ਮਾਰਕਸ਼ੀਟ ਦੇਖ ਕੇ ਰਾਜੂ ਨੇ ਕਿਹਾ, ਤੁਸੀਂ ਬਹੁਤ ਹੁਸ਼ਿਆਰ ਸੀ। ਜੇ ਤੂੰ ਅੱਗੇ ਪੜ੍ਹਦੀ ਤਾਂ ਚੰਗਾ ਹੁੰਦਾ। ਮੈਂ ਕੁਝ ਨਹੀਂ ਕਿਹਾ। ਉਹ ਫਿਰ ਬੋਲਿਆ, ਕੱਲ ਕਿਹੜੀ ਗੱਲ ਕਰ ਰਹੀ ਸੀ? ਮੈਂ ਕਿਹਾ, ਮੈਂ ਤਾਂ ਛੋਟੀ ਭੈਣ ਵਰਗੀ ਹਾਂ। ਰਾਜੂ ਨੇ ਹੈਰਾਨੀ ਨਾਲ ਕਿਹਾ, ਤਾਂ ਇਸ ਵਿੱਚ ਕੀ ਹੋਇਆ? ਉਹ ਤਾਂ ਹੈ। ਮੈਂ ਆਪਣੇ ਬਚਪਨ ਦੀ ਘਟਨਾ ਨੂੰ ਵਿਸਥਾਰ ਨਾਲ ਸੁਣਾਇਆ ਤਾਂ ਉਸਨੇ ਦੋਵੇਂ ਹੱਥਾਂ ਨਾਲ ਸਿਰ ਫੜ ਕੇ ਕਿਹਾ, ਇਹ ਮਾਸੀ ਵੀ ਨਾ, ਜੇਕਰ ਉਹ ਮੇਰੇ ਘਰ ਸ਼ਿਕਾਇਤ ਕਰਨ ਆਈ ਹੁੰਦੀ ਤਾਂ ਸ਼ਾਇਦ ਇੰਨਾ ਵੱਡਾ ਹਾਦਸਾ ਨਾ ਵਾਪਰਦਾ। ਠੀਕ ਹੈ, ਹੁਣ ਸੁਣੋ, ਇਹ ਮਾਮੂਲੀ ਤਨਖਾਹ ਨਾਲ ਤੂੰ ਕੁਝ ਖਾਸ ਨਹੀਂ ਕਰ ਸਕੇਂਗੀ। ਜੇਕਰ ਤੁਹਾਨੂੰ ਉਚਿਤ ਲੱਗੇ ਤਾਂ ਛੁੱਟੀ ਤੋਂ ਬਾਅਦ ਤੂੰ ਮੇਰੇ ਘਰ ਦਾ ਕੰਮ ਵੀ ਕਰ ਸਕਦੀ ਹੈ। ਕੱਲ੍ਹ ਮੈਂ ਆਪਣੀ ਮਾਂ ਨਾਲ ਗੱਲ ਕਰਕੇ ਦੱਸਾਂਗੀ। ਤੇ ਮੈਂ ਪ੍ਰਿੰਸੀਪਲ ਦੇ ਕਮਰੇ ਦੇ ਬਾਹਰ ਸਟੂਲ ਤੇ ਬੈਠ ਗਈ। ਰਾਜੂ ਨੂੰ ਕੰਮ ਕਰਦਿਆਂ ਦੇਖ ਕੇ ਮੈਂ ਸੋਚ ਰਹੀ ਸੀ ਕਿ ਸ਼ਾਇਦ ਜੇ ਮੈਂ ਪੜ੍ਹਾਈ ਕੀਤੀ ਹੁੰਦੀ ਤਾਂ ਮੈਨੂੰ ਚੰਗੀ ਨੌਕਰੀ ਮਿਲ ਜਾਂਦੀ। ਮੈਨੂੰ ਮਾਂ ਤੇ ਗੁੱਸਾ ਆ ਰਿਹਾ ਸੀ। ਘਰ ਆ ਕੇ ਜਦੋਂ ਮੈਂ ਆਪਣੀ ਮਾਂ ਨੂੰ ਨੌਕਰਾਨੀ ਦੇ ਕੰਮ ਬਾਰੇ ਪੁੱਛਿਆ ਤਾਂ ਉਸਨੇ ਇੱਕ ਨਵੀਂ ਗੱਲ ਦੱਸੀ ਜੋ ਮੇਰੇ ਜ਼ਖਮਾਂ ਤੇ ਲੂਣ ਛਿੜਕਣ ਲਈ ਕਾਫੀ ਸੀ। ਮਾਂ ਨੇ ਕਿਹਾ, ਸੁਣੋ, ਕਦੋਂ ਤੱਕ ਹੱਡ ਤੜਾਵੇਂਗੀ? ਬੱਚਿਆਂ ਦਾ ਬਾਪ ਪਤਾ ਨਹੀਂ ਆਵੇਗਾ ਜਾਂ ਨਹੀਂ। ਤੁਸੀਂ ਐਵੇਂ ਕਰੋ, ਧੀ ਦਾ ਵਿਆਹ ਕਰ ਦਿਓ। ਮੁੰਡਾ ਮੇਰੀ ਨਜ਼ਰ ਵਿੱਚ ਹੈ। ਫਿਰ ਤੁਸੀਂ ਦੋਵੇਂ ਮਾਂ ਪੁੱਤ ਕਿਵੇਂ ਮਰਜ਼ੀ ਰਹੋ। ਖਰਚਾ ਵੀ ਨਾ ਮਾਤਰ ਹੀ ਹੋਵੇਗਾ। ਦੱਸੋ ਕੀ ਵਿਚਾਰ ਹੈ? ਪਿਤਾ ਜੀ ਨੇ ਮਾਂ ਦੇ ਵਿਚਕਾਰ ਹੀ ਕਿਹਾ, ਚੁੱਪ ਕਰ ਜਾ ਧੀਏ, ਉਹੀ ਕਰੀ ਜੋ ਤੁਹਾਨੂੰ ਸਹੀ ਲੱਗਦਾ ਹੈ। ਇਸ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ। ਠੀਕ ਹੈ ਪਿਤਾ ਜੀ। ਅਗਲੇ ਦਿਨ ਮੈਂ ਸਕੂਲ ਗਈ ਤੇ ਸਮੇਂ ਸਿਰ ਚਪੜਾਸਨ ਵਾਲੀ ਕੁਰਸੀ ਤੇ ਬੈਠ ਗਈ। ਮੈਨੂੰ ਕੋਈ ਖਾਸ ਕੰਮ ਨਹੀਂ ਦਿੱਤਾ ਗਿਆ।
ਬੈਠਿਆਂ ਮੈਂ ਆਪਣੇ ਵਿਚਾਰ ਬੁਣਦੀ ਰਹੀ। ਮੈਂ ਆਪਣੀ ਧੀ ਦੀ ਜ਼ਿੰਦਗੀ ਨਰਕ ਵਿੱਚ ਨਹੀਂ ਪਾਵਾਂਗੀ, ਭਾਵੇਂ ਉਹ ਪੜ੍ਹੇ ਜਾਂ ਨਾ। ਮੈਂ ਉਸ ਦਾ ਛੋਟੀ ਉਮਰ ਵਿੱਚ ਵਿਆਹ ਨਹੀਂ ਕਰਾਂਗੀ। ਥੋੜਾ ਘੱਟ ਖਾ ਲਵਾਂਗੇ, ਪਰ ਛੋਟੀ ਉਮਰ ਵਿਆਹ ਕੇ ਕੁੜੀ ਦੇ ਗਲੇ ਦੀ ਫਾਂਸੀ ਨਹੀਂ ਬਣਾਂਗੀ। ਇਸੇ ਦੌਰਾਨ ਰਾਜੂ ਨੇ ਨੇੜੇ ਆ ਕੇ ਕਿਹਾ, ਸਨੇਹਾ ਤੂੰ ਆ ਗਈ? ਹਾਂ ਸ਼੍ਰੀਮਾਨ। ਫਿਰ ਘਰ ਵਾਲੇ ਕੰਮ ਬਾਰੇ ਕੀ ਸੋਚਿਆ? ਮੈਂ ਕੱਲ ਤੋਂ ਹੀ ਆ ਜਾਵਾਂਗੀ ਸ਼੍ਰੀਮਾਨ। ਓਹੋ ਵੀਰ ਕਹੋ, ਸ਼੍ਰੀਮਾਨ ਨਹੀਂ। ਸਮਝੀ? ਸਮਝ ਗਈ। ਹੁਣ ਮੈਨੂੰ ਰਾਜੂ ਨਹੀਂ ਦਿਆਲਚੰਦ ਵੀਰ ਖਾਣਾ ਦੇਣ ਵਾਲਾ ਰੱਬ ਲੱਗ ਰਿਹਾ ਸੀ। ਦਿਆਲਚੰਦ ਜਾਨੀ ਰਾਜੂ ਵੀਰ ਦਾ ਘਰ ਬਹੁਤ ਵੱਡਾ ਤੇ ਬਹੁਤ ਖਿਲਰਿਆ ਹੋਇਆ ਸੀ। ਘਰ ਵਿੱਚ ਇੱਕ ਬਜ਼ੁਰਗ ਮਾਂ ਬਾਨੋ, ਇੱਕ ਬਿਮਾਰ ਪਤਨੀ ਤੇ 2 ਛੋਟੇ ਬੱਚੇ ਸਨ। ਮੈਨੂੰ ਦੇਖ ਕੇ ਬਾਨੋ ਮਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਤੇ ਕਿਹਾ, ਤੂੰ ਮੇਰੀ ਧੀ ਹੈ ਤੇ ਇਹਨਾਂ ਬੱਚਿਆਂ ਦੀ ਭੂਆ। ਤੂੰ ਧੀ ਬਣ ਕੇ ਰਹਿਣਾ, ਆਪਣੇ ਆਪ ਨੂੰ ਘਰ ਦੀ ਨੌਕਰਾਣੀ ਨਾ ਸਮਝ ਲੈਣਾ। ਆਓ ਮੈਂ ਤੁਹਾਨੂੰ ਘਰ ਦਿਖਾਵਾਂ। ਘਰ ਪਹਿਲਾਂ ਨਾਲੋਂ ਬਹੁਤ ਬਦਲ ਗਿਆ ਸੀ। ਮਾਂ ਜੀ ਮੈਨੂੰ ਹੱਥ ਫੜ ਕੇ ਘਰ ਦਿਖਾ ਕੇ ਊਸ਼ਾ ਭਾਬੀ ਦੇ ਕਮਰੇ ਵਿੱਚ ਲੈ ਗਈ। ਉਸ ਦੀ ਹਾਲਤ ਠੀਕ ਨਹੀਂ ਸੀ। ਉਹ ਮੈਨੂੰ ਦੇਖ ਕੇ ਖੁਸ਼ ਹੋਈ। ਮਾਂ ਜੀ ਨੇ ਕਿਹਾ, ਜਦੋਂ ਤੋਂ ਆਪਰੇਸ਼ਨ ਹੋਇਆ ਹੈ ਇਹ ਉਦੋਂ ਤੋਂ ਹੀ ਆਪਣਾ ਕੰਮ ਵੀ ਮੁਸ਼ਕਿਲ ਨਾਲ ਕਰ ਪਾਉਂਦੀ ਹੈ। ਦਿਆਲਚੰਦ ਤੇ ਮੈਂ ਹੀ ਕੰਮ ਕਰਦੇ ਹਾਂ। ਕੋਈ ਚੰਗਾ ਬੰਦਾ ਨਹੀਂ ਮਿਲਿਆ ਜੋ ਘਰ ਨੂੰ ਸੰਭਾਲ ਸਕੇ। ਹੁਣ ਤੁਸੀਂ ਆ ਗਏ ਹੋ, ਸਾਰਿਆਂ ਨੂੰ ਸਹਾਰਾ ਮਿਲੇਗਾ। ਮਾਂ ਜੀ ਮੈਂ ਆਪ ਬਦਕਿਸਮਤ ਹਾਂ, ਤੁਸੀਂ ਮੈਨੂੰ ਆਸਰਾ ਦਿੱਤਾ ਹੈ, ਮੈਂ ਕਾਹਦਾ ਸਹਾਰਾ ਬਣਾਂਗੀ? ਭਾਬੀ ਨੇ ਕਿਹਾ, ਇਹ ਨਾ ਆਖ ਭੈਣੇ, ਸਿਰਫ ਦੁੱਖ ਹੀ ਬੰਦੇ ਨੂੰ ਨੇੜੇ ਲਿਆਉਂਦਾ ਹੈ ਤੇ ਇੱਕ ਦੂਜੇ ਦਾ ਸਹਾਰਾ ਬਣਾਉਂਦਾ ਹੈ। ਹਜੇ ਤਾਂ ਤੁਹਾਡੀ ਉਮਰ ਕੀ ਹੋਈ ਹੈ? ਤੁਹਾਡੇ ਕਿੰਨੇ ਬੱਚੇ ਹਨ? ਹਾਂ ਭਾਬੀ ਜੀ ਸਹੀ ਕਿਹਾ। ਹੁਣ ਮੈਂ ਵੀ ਇਸ ਤਰ੍ਹਾਂ ਜੀ ਲਵਾਂਗੀ, ਉਹ ਵੀ ਤੁਹਾਡੇ ਤੇ ਵੀਰ ਜੀ ਦੀ ਕਿਰਪਾ ਸਦਕਾ। ਹੁਣ 2 ਬੱਚਿਆਂ ਨੂੰ ਪਾਲਣਾ ਵੀ ਹੈ। ਪਰਮਾਤਮਾ ਤੁਹਾਨੂੰ ਜਲਦੀ ਤੰਦਰੁਸਤੀ ਬਖਸ਼ੇ। ਗੱਲਾਂ ਕਰਦਿਆਂ ਮੈਂ ਭਾਬੀ ਦੇ ਕੱਪੜੇ ਇਕੱਠੇ ਕਰ ਰਹੀ ਸੀ। ਬਿਸਤਰਾ ਠੀਕ ਕਰਕੇ ਪਏ ਭਾਂਡਿਆਂ ਨੂੰ ਚੁੱਕਣ ਲੱਗੀ ਤਾਂ ਭਾਬੀ ਨੇ ਹੱਥ ਫੜ ਕੇ ਅੱਖਾਂ ਵਿੱਚ ਹੰਝੂ ਲੈ ਕੇ ਆਖਿਆ, ਤੁਸੀਂ ਸੰਭਾਲ ਲੈਣਾ, ਚਿੰਤਾ ਨਾ ਕਰੋ, ਮੈਂ ਸਭ ਕੁਝ ਸੰਭਾਲ ਲਵਾਂਗੀ। ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ। ਜੇਕਰ ਕੋਈ ਕੰਮ ਹੈ ਤਾਂ ਮੈਂ ਸਕੂਲ ਤੋਂ ਆ ਕੇ ਕਰ ਦੇਵਾਂਗੀ। ਮੈਂ ਫਟਾਫਟ ਗੰਦੇ ਕੱਪੜੇ ਬਾਲਟੀ ਵਿੱਚ ਭਿਉਂਦਿਆਂ ਕਿਹਾ। ਮੈਂ ਮਾਂ ਜੀ ਦੇ ਨਾਲ ਦੂਜੇ ਕਮਰੇ ਵਿੱਚ ਗਈ ਜਿੱਥੇ ਛੋਟੇ ਬੱਚੇ ਸੌਂ ਰਹੇ ਸਨ। ਇੱਕ ਦੀ ਉਮਰ ਲਗਭਗ 3 ਸਾਲ ਤੇ ਦੂਜੇ ਦੀ 6 ਸਾਲ ਦੀ ਹੋਵੇਗੀ। ਮੈਂ ਉੱਥੇ ਉਦਾਸੀ ਨੂੰ ਫੈਲਿਆ ਹੋਇਆ ਦੇਖਿਆ। ਕਈ ਥਾਵਾਂ ਤੇ ਖਾਣ ਲਈ ਦਾਣੇ ਨਹੀਂ ਹਨ ਤੇ ਕਈ ਥਾਵਾਂ ਤੇ ਦਾਣਿਆਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ। ਰੱਬ ਦੀ ਕੀ ਖੇਡ ਹੈ? ਮੈਂ ਮਾਂ ਜੀ ਤੋਂ ਪੁੱਛਿਆ, ਭਾਬੀ ਜੀ ਕਿੰਨੇ ਚਿਰ ਤੋਂ ਏਦਾਂ ਹਨ? 1 ਸਾਲ ਹੋ ਗਿਆ ਹੈ, ਅਜੇ ਵੀ ਖਤਰਾ ਹੈ। ਮੈਂ ਇਕੱਲੀ ਇਸ ਘਰ ਬੱਚਿਆਂ ਤੇ ਨੂੰਹ ਨੂੰ ਕਿਵੇਂ ਸੰਭਾਲ ਸਕਦੀ ਹਾਂ? ਜੇ ਸਾਨੂੰ ਦੋਵਾਂ ਨੂੰ ਕੁਝ ਹੋ ਗਿਆ ਤਾਂ ਬੱਚਿਆਂ ਨੂੰ ਕੌਣ ਸੰਭਾਲੇਗਾ? ਮੈਂ ਬਹੁਤ ਡਰਦੀ ਹਾਂ ਧੀਏ। ਤੁਹਾਡੇ ਵੀ 2 ਬੱਚੇ ਹਨ। ਤੁਸੀਂ ਸਕੂਲ ਜਾਵੋਗੇ ਤੇ ਉਹਨਾਂ ਨੂੰ ਹੀ ਦੇਖੋਗੇ। ਤੁਸੀਂ ਵੀ ਕਿੰਨਾ ਸਮਾਂ ਦੇ ਸਕੋਗੇ? ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਧੀ, ਮੇਰੇ ਪੁੱਤਰ ਦੇ ਘਰ ਨੂੰ ਬਚਾ ਲਓ। ਮਾਂ ਜੀ ਵੀਰ ਜੀ ਮੇਰੇ ਲਈ ਅੰਨਦਾਤਾ ਹੈ, ਆਸ ਦੀ ਕਿਰਨ ਹਨ। ਮੈਂ ਆਪਣੇ ਜੀਵਨ ਨੂੰ ਧਨ ਸਮਝਾਂਗੀ ਜੋ ਉਹਨਾਂ ਦੇ ਕੰਮ ਆ ਸਕਾਂਗੀ। ਗੱਲਾਂ ਕਰਦਿਆਂ ਮਾਂ ਜੀ ਨੇ ਰਸੋਈ ਨੂੰ ਦਿਖਾਇਆ। ਉੱਥੇ ਹਾਲਤ ਹੋਰ ਵੀ ਮਾੜੀ ਸੀ। ਖਾਣ ਪੀਣ ਦੀਆਂ ਵਸਤੂਆਂ ਦੇ ਢੇਰ ਲੱਗੇ ਹੋਏ ਸਨ। ਮੈਨੂੰ ਆਪਣੇ ਭੁੱਖੇ ਬੱਚਿਆਂ ਦੇ ਚਿਹਰੇ ਯਾਦ ਆਉਣ ਲੱਗੇ। ਕੰਮ ਕਰਨ ਦੀ ਆਦਤ ਹੋਣ ਕਰਕੇ ਮੈਂ ਜਲਦੀ ਨਾਲ ਜਗ੍ਹਾ ਦੀ ਸਫਾਈ ਕਰਕੇ ਖਾਣੇ ਦਾ ਪ੍ਰਬੰਧ ਕਰਨ ਵਿੱਚ ਜੁਟ ਗਈ। 1 ਘੰਟੇ ਵਿੱਚ ਸਾਰੀਆਂ ਜ਼ਰੂਰੀ ਹਦਾਇਤਾਂ ਪੂਰੀਆਂ ਕਰਕੇ ਸਕੂਲ ਜਾਣ ਲੱਗੀ। ਜਦੋਂ ਮਾਂ ਜੀ ਨੇ ਬੱਚਿਆਂ ਲਈ ਖਾਣ ਪੀਣ ਦਾ ਸਮਾਨ ਦਿੱਤਾ ਤਾਂ ਮੈਂ ਨਾ ਕਰ ਦਿੱਤੀ। ਇੱਛਾ ਹੋਣ ਦੇ ਬਾਵਜੂਦ ਉਹਨਾਂ ਨੂੰ ਝਿਜਕਦੀ ਹੋਈ ਨੇ ਆਪਣੀ ਬੇਬਸੀ ਜ਼ਾਹਰ ਕੀਤੀ। ਮਾਂ ਜੀ, ਮਾਂ ਤੇ ਪਿਤਾ ਇਹ ਪਸੰਦ ਨਹੀਂ ਕਰਨਗੇ। ਮੈਂ ਸ਼ਾਮ ਨੂੰ ਜਲਦੀ ਆਵਾਂਗੀ, ਤੁਸੀਂ ਚਿੰਤਾ ਨਾ ਕਰਨਾ। ਕੋਈ ਗੱਲ ਨਹੀਂ ਧੀਏ, ਇਹ ਆਪਣੇ ਪਰਿਵਾਰ ਦਾ ਵਿਵਹਾਰ ਹੁੰਦਾ ਹੈ। ਠੀਕ ਹੈ, ਇਹ ਬਿਸਕੁਟ ਤਾਂ ਲੈ ਜਾਵੋ। ਹੁਣ ਮੈਂ ਤੇਰੇ ਤੋਂ ਕੀ ਛੁਪਾਵਾਂ ਧੀਏ, ਅਸੀਂ ਵੀ ਲੰਮੇ ਸਮੇਂ ਬਾਅਦ ਸਹੀ ਤਰ੍ਹਾਂ ਖਾਣਾ ਖਾਵਾਂਗੇ। ਮਾਂ ਜੀ ਨੇ ਮੇਰਾ ਹੱਥ ਆਪਣੀ ਮੁੱਠੀ ਵਿੱਚ ਘੁੱਟਦਿਆਂ ਪਿਆਰ ਨਾਲ ਕਿਹਾ। ਮੈਂ ਉਹਨਾਂ ਦੇ ਪਿਆਰ ਤੇ ਵਿਸ਼ਵਾਸ ਨੂੰ ਮਾਣ ਮਹਿਸੂਸ ਕਰਦੀ ਹੋਈ ਨੇ ਮੁਸਕਰਾ ਕੇ ਸਕੂਲ ਨੂੰ ਤੁਰ ਪਈ। ਉੱਥੇ ਵੀ ਮੈਂ ਕੰਮ ਸਿੱਖਣਾ ਸੀ। ਦੁਪਹਿਰ ਬਾਅਦ ਘਰ ਆ ਕੇ ਚੁੱਪਚਾਪ ਬਿਸਕੁਟਾਂ ਦੇ ਪੈਕਟ ਬੱਚਿਆਂ ਨੂੰ ਫੜਾ ਦਿੱਤੇ। ਬੱਚੇ ਕਾਫੀ ਸਮੇਂ ਬਾਅਦ ਬਿਸਕੁਟ ਦੇਖ ਕੇ ਖੁਸ਼ ਹੋਏ। ਸ਼ਾਇਦ ਬੱਚੇ ਭੁੱਖੇ ਸਨ ਤੇ ਤੁਰੰਤ ਸਭ ਕੁਝ ਖਤਮ ਕਰ ਦਿੱਤਾ। ਸ਼ਾਇਦ ਮਾਂ ਸਾਰੇ ਕੰਮ ਨਹੀਂ ਕਰ ਸਕਦੀ ਸੀ। ਜਦੋਂ ਮੈਂ ਆਪਣੀ ਮਾਂ ਨੂੰ ਸਹਾਰਾ ਦੇਣ ਲਈ ਰਸੋਈ ਵਿੱਚ ਗਈ ਤਾਂ ਦੇਖਿਆ ਕਿ ਉਹ ਬਹੁਤ ਥੱਕੀ ਹੋਈ ਨਜ਼ਰ ਆ ਰਹੀ ਸੀ। ਆਪਣੀ ਧੀ ਮੀਰਾ ਨੂੰ ਨਾਨੀ ਦੀ ਮਦਦ ਕਰਨ ਲਈ ਕਹਿੰਦੀ ਹੋਈ ਨੇ ਦਿਨ ਭਰ ਦਾ ਵੇਰਵਾ ਸੁਣਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਚਿਹਰੇ ਤੇ ਸੰਤੁਸ਼ਟੀ ਦੇ ਭਾਵ ਦਿਸਣ ਲੱਗੇ। ਪਿਤਾ ਜੀ ਵੀ ਸਾਡੇ ਸਾਰਿਆਂ ਨਾਲ ਖਾਣਾ ਖਾਣ ਆ ਗਏ ਸਨ। ਬੱਚਿਆਂ ਨੂੰ ਸਮਝਾਉਂਦਿਆਂ ਹੋਇਆਂ ਮੈਂ ਕਿਹਾ, ਹੁਣ ਇਹ ਹਰ ਰੋਜ਼ ਹੋਵੇਗਾ। ਮੈਂ ਸਵੇਰੇ ਜਲਦੀ ਜਾਵਾਂਗੀ,
ਤੁਸੀਂ ਦੋਵਾਂ ਨੇ ਮਿਲ ਕੇ ਨਾਨੀ ਦੀ ਮਦਦ ਕਰਨੀ ਹੈ। ਤੁਹਾਨੂੰ ਆਪਣੇ ਆਪ ਤਿਆਰ ਹੋਣਾ ਪਵੇਗਾ। ਤਦ ਹੀ ਮੈਂ ਚੰਗੇ ਕੱਪੜੇ ਤੇ ਖਾਣਾ ਲਿਆਵਾਂਗੀ। ਛੋਟੇ ਨੇ ਕਿਹਾ, ਠੀਕ ਹੈ, ਤੁਸੀਂ ਕੱਲ੍ਹ ਨੂੰ ਵੀ ਬਿਸਕੁਟ ਲੈ ਕੇ ਆਓਗੇ। ਮੈਂ ਆਪਣੀ ਮਾਂ ਵੱਲ ਫਿੱਕੀਆਂ ਨਜ਼ਰਾਂ ਨਾਲ ਦੇਖਿਆ ਤੇ ਕਿਹਾ, ਜੇ ਮਾਂ ਜੀ ਨਾ ਮੰਨਦੀ, ਜੇ ਉਹ ਜਿੱਦੀ ਹੋ ਜਾਂਦੀ ਤਾਂ ਮੈਂ ਕੀ ਕਰਨਾ ਸੀ? ਫਿਰ ਤੁਹਾਡੀ ਧੀ ਕੋਈ ਪੜ੍ਹੀ ਲਿਖੀ ਤਾਂ ਨਹੀਂ ਹੈ ਜੋ ਇੰਨਾ ਸਵੈਮਾਨ ਦਿਖਾਉਂਦੀ। ਉਸਨੇ ਮੇਰੇ ਨਾਲ ਇੱਕ ਧੀ ਵਾਂਗ ਸਲੂਕ ਕੀਤਾ ਹੈ। ਮਾਂ ਪੱਲੂ ਨਾਲ ਅੱਖਾਂ ਪੂੰਝਣ ਲੱਗੀ। ਪਿਤਾ ਨੇ ਕਿਹਾ, ਸੁਨੇਹਾ ਧੀ, ਇਹ ਤੁਹਾਡੇ ਸਵੈਮਾਨ ਹੀ ਹੈ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਇੱਜ਼ਤ ਨਾਲ ਕਮਾਇਆ ਭੋਜਨ ਹੀ ਕਿਸਮਤ ਵਧਾਉਂਦਾ ਹੈ। ਦਿਲ ਲਾ ਕੇ ਕੰਮ ਕਰ। ਬਾਨੋ ਬਹੁਤ ਦੁਖੀ ਹੈ, ਤੈਨੂੰ ਅਸੀਸਾਂ ਦੇਵੇਗੀ। ਦੋਹਾਂ ਘਰਾਂ ਵਿੱਚ ਕੋਈ ਫਰਕ ਨਹੀਂ ਹੈ। ਹੁਣ ਮੇਰੀ ਪੈਨਸ਼ਨ ਨਾਲ ਕੀ ਕਰ ਸਕੇਂਗੀ? ਪਤਾ ਨਹੀਂ ਕਿੰਨਾ ਚਿਰ ਰਹਾਂਗਾ। ਜੇਕਰ ਤੁਸੀਂ ਇਸ ਤਰ੍ਹਾਂ ਬੋਲੋਗੇ ਤਾਂ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਹੋ ਜਾਵੇਗੀ। ਠੀਕ ਹੈ ਪਿਤਾ ਜੀ। ਮੈਂ ਥੋੜਾ ਆਰਾਮ ਕੀਤਾ ਤੇ ਸ਼ਾਮ ਨੂੰ ਮਾਂ ਜੀ ਦੇ ਘਰ ਚਲੀ ਗਈ। ਉਦੋਂ ਬੱਚੇ ਖੇਡ ਰਹੇ ਸਨ। ਮੈਨੂੰ ਦੇਖ ਕੇ ਉਹ ਅੰਦਰ ਨੂੰ ਭੱਜੇ। ਮਾਂ ਜੀ ਨੇ ਬੱਚਿਆਂ ਨੂੰ ਕਿਹਾ, ਇਹ ਤੁਹਾਡੀ ਭੂਆ ਹੈ। ਇਹ ਤੁਹਾਡੀ ਮਾਂ ਵਾਂਗ ਤੁਹਾਨੂੰ ਚੰਗੀਆਂ ਚੀਜ਼ਾਂ ਬਣਾ ਕੇ ਖਵਾਵੇਗੀ। ਛੋਟਾ ਕਾਲੂ, ਜੋ ਮਾਂ ਜੀ ਦੇ ਪੱਲੂ ਦੇ ਪਿੱਛੇ ਛੁਪਿਆ ਹੋਇਆ ਸੀ, ਹੌਲੀ ਹੌਲੀ ਬੋਲਿਆ, ਤੁਸੀਂ ਮੈਨੂੰ ਆਪਣੇ ਹੱਥਾਂ ਨਾਲ ਖਵਾਓਗੇ? ਹਾਂ, ਮੈਂ ਤੁਹਾਨੂੰ ਖਵਾਵਾਂਗੀ। ਮੈਂ ਭੂਆ ਹਾਂ। ਭੂਆ, ਜਦੋਂ ਮੇਰੇ ਹੱਥ ਖਾਣੇ ਨਾਲ ਖਰਾਬ ਹੋ ਜਾਂਦੇ ਹਨ ਤਾਂ ਮੇਰੀ ਮਾਂ ਮੈਨੂੰ ਝਿੜਕਦੀ ਹੈ। ਮੈਂ ਉਸਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ। ਪਿਆਰ ਨਾਲ ਪੁੱਛਿਆ, ਰਾਜਾ ਪੁੱਤਰ ਕੀ ਖਾਵੇਗਾ? ਉਸਨੇ ਆਸਾਨੀ ਨਾਲ 10 ਚੀਜ਼ਾਂ ਦੇ ਨਾਂ ਦੱਸ ਦਿੱਤੇ। ਵੱਡਾ ਪੁੱਤਰ ਵੀ ਮੇਰੇ ਨੇੜੇ ਆ ਕੇ ਆਪਣੀ ਪਸੰਦ ਦੀਆਂ ਚੀਜ਼ਾਂ ਦੱਸਣ ਲੱਗਾ। ਕੁਝ ਹੀ ਦੇਰ ਵਿੱਚ ਸ਼ਾਨਦਾਰ ਖਾਣਾ ਮੇਜ਼ 'ਤੇ ਸੀ। ਮੈਂ ਭਾਬੀ ਜੀ ਨੂੰ ਵੀਲ ਚੇਅਰ 'ਤੇ ਬਿਠਾਇਆ ਤੇ ਮੇਜ਼ ਕੋਲ ਲੈ ਆਈ। ਅੱਜ ਬੱਚੇ ਆਪਣੀ ਮਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਪੂਰੇ ਸਾਲ ਬਾਅਦ ਉਹ ਹਾਲ ਵਿੱਚ ਆ ਕੇ ਸਾਰਿਆਂ ਨਾਲ ਖਾਣਾ ਖਾ ਰਹੀ ਸੀ। ਕਾਲੂ ਨੂੰ ਮੇਰੇ ਹੱਥੋਂ ਖਾਣਾ ਖਾਂਦੇ ਦੇਖ ਕੇ ਬਹੁਤ ਖੁਸ਼ੀ ਹੋਈ। ਵੀਰ ਦਿਆਲ ਚੰਦ ਨੇ ਕਿਹਾ, ਸੁਨੇਹਾ, ਕੀ ਤੁਸੀਂ ਇੱਥੇ ਸਹੀ ਮਹਿਸੂਸ ਕਰ ਰਹੇ ਹੋ? ਕੀ ਤੁਹਾਨੂੰ ਦੋਵਾਂ ਥਾਵਾਂ 'ਤੇ ਕੰਮ ਕਰਨ ਵਿੱਚ ਮੁਸ਼ਕਲ ਤਾਂ ਨਹੀਂ ਆ ਰਹੀ ਹੈ? ਬਹੁਤ ਵਧੀਆ ਲੱਗਦਾ ਹੈ ਵੀਰੇ, ਕੋਈ ਸਮੱਸਿਆ ਨਹੀਂ ਹੈ। ਕੀ ਤੁਹਾਨੂੰ ਮੇਰਾ ਬਣਾਇਆ ਖਾਣਾ ਪਸੰਦ ਆਇਆ? ਮੈਂ ਪਹਿਲਾਂ ਕਦੇ ਕੰਮ ਨਹੀਂ ਕੀਤਾ। ਜੇਕਰ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਦੱਸੋ। ਇਸ ਨੂੰ ਸਮਝਣ ਵਿੱਚ ਥੋੜਾ ਸਮਾਂ ਲੱਗੇਗਾ। ਭਾਬੀ ਨੇ ਟੋਕ ਕੇ ਕਿਹਾ, ਭੈਣੇ, ਬਹੁਤ ਸਵਾਦਿਸ਼ਟ ਖਾਣਾ ਹੈ। ਮਾਂ ਜੀ ਨਾਲ ਸਲਾਹ ਕਰ ਲਓ। ਤੁਹਾਨੂੰ ਜੋ ਵੀ ਉਚਿਤ ਲੱਗੇ ਉਹ ਕਰ ਲੈਣਾ। ਠੀਕ ਹੈ ਭਾਬੀ ਜੀ। ਵੀਰ ਨੇ ਕਿਹਾ, ਸੁਨੇਹਾ, ਤੁਸੀਂ ਮੇਰੀ ਚਿੰਤਾ ਖਤਮ ਕਰ ਦਿੱਤੀ ਹੈ। ਹੁਣ ਮੈਂ ਤੁਹਾਡੀ ਭਾਬੀ ਵੱਲ ਜ਼ਿਆਦਾ ਧਿਆਨ ਦੇ ਸਕਾਂਗਾ। ਤਕਰੀਬਨ 1 ਹਫ਼ਤੇ ਬਾਅਦ ਮੈਂ ਦੋਵਾਂ ਥਾਵਾਂ 'ਤੇ ਕੰਮ ਸਿੱਖ ਕੇ ਹੌਲੀ-ਹੌਲੀ ਘਰ ਦਾ ਪ੍ਰਬੰਧ ਕਰ ਰਹੀ ਸੀ। ਭਾਬੀ ਜੀ ਦੀ ਦਵਾਈ ਦੇ ਖਾਣੇ ਦਾ ਪਰਹੇਜ਼ ਸਮਝ ਆਉਣ ਲੱਗ ਪਿਆ ਸੀ। ਮੈਂ ਚਾਹੁੰਦੀ ਸੀ ਕਿ ਭਾਬੀ ਜੀ ਜਲਦੀ ਠੀਕ ਹੋ ਜਾਵੇ ਤਾਂ ਜੋ ਬੱਚਿਆਂ ਨੂੰ ਮਾਂ ਦਾ ਪਿਆਰ ਮਿਲ ਸਕੇ। ਉਸ ਨਾਲ ਮੇਰੀ ਮਿਹਨਤ ਵੱਧ ਗਈ। ਡਾਕਟਰ ਨੇ ਦੱਸੇ ਅਨੁਸਾਰ ਕਸਰਤ ਤੇ ਮਸਾਜ ਦੀ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮਾਂ ਤੇ ਬੱਚਿਆਂ ਦੀਆਂ ਚਿੰਤਾਵਾਂ ਵੀ ਕੁਝ ਵੱਧ ਗਈਆਂ। ਨਵੇਂ ਮਾਹੌਲ ਵੱਲ ਧਿਆਨ ਦੇ ਕੇ ਮੈਂ ਆਪਣੀ ਜ਼ਿੰਦਗੀ ਦੇ ਤਣਾਅ ਵਿੱਚ ਵੀ ਹਲਕਾਪਣ ਮਹਿਸੂਸ ਕਰ ਰਹੀ ਸੀ। ਇੱਕ ਦਿਨ ਮੇਰੇ ਬੇਟੇ ਨੇ ਜ਼ੋਰ ਪਾਇਆ ਤੇ ਮੇਰੇ ਨਾਲ ਆ ਗਿਆ। ਉਹ ਭਾਬੀ ਦੇ ਵੱਡੇ ਬੇਟੇ ਦਾ ਹਾਣੀ ਸੀ, ਪਰ ਮੈਂ ਝਿਜਕਦੀ ਸੀ। ਮੇਰੇ ਬੱਚੇ ਸਲੀਕੇ ਵਾਲੇ ਸਨ। ਇਹ ਸ਼ਾਨ ਉਸ ਲਈ ਅਣਜਾਣ ਨਹੀਂ ਸੀ। ਉੱਥੇ ਹਰ ਕੋਈ ਉਸ ਨੂੰ ਗੱਲਬਾਤ ਵਿੱਚ ਕਈ ਸਵਾਲ ਪੁੱਛਣ ਲੱਗਾ। ਉਹ ਨਿਮਰਤਾ ਨਾਲ ਹਰ ਗੱਲ ਦਾ ਜਵਾਬ ਦੇ ਰਿਹਾ ਸੀ ਤੇ ਸਾਰੇ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਚਮਕਣ ਲੱਗੇ। ਮਜਬੂਰੀਆਂ ਨੇ ਮੇਰੇ ਬੱਚਿਆਂ ਨੂੰ ਸਮਝਦਾਰ ਬਣਾ ਦਿੱਤਾ ਸੀ। ਲੰਮੇ ਸਮੇਂ ਤੋਂ ਮੇਰੇ ਬੱਚੇ ਡਰ ਤੇ ਅਪਮਾਨ ਦੇ ਮਾਹੌਲ ਵਿੱਚ ਰਹਿ ਰਹੇ ਸਨ। ਉਹਨਾਂ ਨੇ ਆਪਣੀਆਂ ਜ਼ਰੂਰਤਾਂ ਦਾ ਪ੍ਰਗਟਾਵਾ ਕਰਨਾ ਵੀ ਬੰਦ ਕਰ ਦਿੱਤਾ ਸੀ। ਉਸ ਵੱਲ ਦੇਖ ਕੇ ਮਾਂ ਜੀ ਬੋਲੀ, ਤੁਹਾਡਾ ਬੱਚਾ ਬਹੁਤ ਸਮਝਦਾਰ ਹੈ। ਜਾਪਦਾ ਹੈ ਇਸ ਦਾ ਪਾਲਣ ਪੋਸ਼ਣ ਬਹੁਤ ਹੀ ਵਧੀਆ ਹੋਇਆ ਹੈ। ਸਭ ਕੁਝ ਜਾਣਦਾ ਹੈ। ਆਪਣੀ ਧੀ ਨੂੰ ਵੀ ਮਿਲਾਉਣਾ। ਹਾਂ ਮਾਂ ਜੀ, ਲਿਆਵਾਂਗੀ ਇੱਕ ਦਿਨ। ਮਹੀਨੇ ਬਾਅਦ ਦਿਆਲ ਚੰਦ ਵੀਰ ਨੇ ਦੋਹਾਂ ਥਾਵਾਂ ਦੀ ਤਨਖਾਹ ਇਕੱਠੀ ਦੇ ਦਿੱਤੀ, ਜੋ ਮੇਰੀ ਉਮੀਦ ਤੋਂ ਵੱਧ ਸੀ। ਮੈਂ ਉਹਨਾਂ ਨੂੰ ਵਾਰ-ਵਾਰ ਗਿਣਦੀ ਰਹੀ। ਪਿਤਾ ਜੀ ਨੂੰ ਪੈਸੇ ਦਿੱਤੇ ਤਾਂ ਉਹ ਬਹੁਤ ਖੁਸ਼ ਹੋਏ। ਬੱਚੇ ਵੀ ਬਹੁਤ ਖੁਸ਼ ਸਨ। ਪਿਤਾ ਜੀ ਨੇ ਮੈਨੂੰ ਪੈਸੇ ਵਾਪਸ ਦਿੱਤੇ ਤੇ ਕਿਹਾ, ਇਹਨਾਂ ਨੂੰ ਆਪਣੇ ਕੋਲ ਸੁਰੱਖਿਅਤ ਰੱਖ ਲਵੋ। ਜਿਵੇਂ ਹੈ ਉਵੇਂ ਚੱਲਣ ਦਿਓ। ਮੁਸੀਬਤ ਦੀ ਸਥਿਤੀ ਵਿੱਚ ਵਰਤਣਾ। ਬੱਚਿਆਂ ਨੇ ਪੈਸੇ ਦੀ ਮਹੱਤਤਾ ਨੂੰ ਸਮਝਿਆ। ਮੇਰਾ ਆਤਮ ਵਿਸ਼ਵਾਸ ਵੀ ਵੱਧ ਗਿਆ ਸੀ। ਇਸ ਲਈ ਉਹਨਾਂ ਨੇ ਮੇਰੇ ਕੰਮ ਵਿੱਚ ਆਪਣੀ ਨਾਨੀ ਦੇ ਨਾਲ-ਨਾਲ ਮਦਦ ਕਰਨੀ ਸ਼ੁਰੂ ਕਰ ਦਿੱਤੀ। ਮਾਂ ਨੇ ਬੱਚਿਆਂ ਲਈ ਛੱਤ ਦੇ ਪਿੱਛੇ ਦਾ ਗੇਟ ਖੋਲ੍ਹਿਆ ਹੋਇਆ ਸੀ। ਬੱਚਿਆਂ ਵਿੱਚ ਡੂੰਘੀ ਦੋਸਤੀ ਸੀ। ਕਾਲੂ ਮੇਰੀ ਧੀ ਨਾਲ ਜ਼ਿਆਦਾ ਰਹਿੰਦਾ ਸੀ। ਉਹ ਉਸ ਦੇ ਹੱਥਾਂ ਨਾਲ ਖਾਣਾ ਨਹਾਉਣਾ ਪਸੰਦ ਕਰਦਾ ਸੀ। ਦੋਵਾਂ ਘਰਾਂ ਵਿੱਚ ਰੌਣਕਾਂ ਸੀ। ਬੱਚਿਆਂ ਦੇ ਹਾਸੇ ਠੱਠੇ ਕਾਰਨ ਖੁਸ਼ੀ ਦਾ ਮਾਹੌਲ ਸੀ। ਇਸ ਨਾਲ ਮਾਂ ਜੀ ਤੇ ਮੇਰਾ ਕੰਮ ਹਲਕਾ ਹੋ ਗਿਆ। ਭਾਬੀ ਉਤਸ਼ਾਹ ਦੇ ਮਾਹੌਲ ਵਿੱਚ ਜਲਦੀ ਠੀਕ ਹੋ ਰਹੀ ਸੀ।
ਉਹ ਖਤਰੇ ਤੋਂ ਬਾਹਰ ਸੀ। ਅੱਜ 2 ਸਾਲਾਂ ਬਾਅਦ ਉਹ ਆਪਣੇ ਕੰਮ ਦੇ ਨਾਲ-ਨਾਲ ਬੱਚਿਆਂ ਦੀ ਦੇਖਭਾਲ ਕਰਨ ਲੱਗ ਪਈ ਹੈ। ਇਸ ਦਾ ਪੂਰਾ ਸਿਹਰਾ ਮੈਨੂੰ ਹੀ ਦਿੱਤਾ ਗਿਆ। ਮੈਂ ਸੰਤੁਸ਼ਟ ਸੀ ਕਿ ਮੈਂ ਉਹਨਾਂ ਦੇ ਪਰਿਵਾਰ ਨੂੰ ਬਚਾਉਣ ਦੇ ਯੋਗ ਸੀ। ਹੁਣ ਮੇਰੀ ਮਿਹਨਤ ਕਾਫੀ ਘਟ ਗਈ ਸੀ। ਬੱਚਿਆਂ ਵਿੱਚ ਵੀ ਆਤਮ ਵਿਸ਼ਵਾਸ ਜਾਗਿਆ ਸੀ। ਸਾਰੇ ਤਿਉਹਾਰ ਰਲ ਮਿਲ ਕੇ ਮਨਾਏ ਜਾਣ ਲੱਗੇ। ਧੀ ਦੇ ਕਾਰਨ ਘਰ ਵਿੱਚ ਖਾਸ ਚਾਅ ਸੀ। ਇਹ ਉਸਦੀ ਵਿਉਂਤਬੰਦੀ ਕਾਰਨ ਦੋਵਾਂ ਘਰਾਂ ਵਿੱਚ ਜਸ਼ਨ ਵਰਗਾ ਮਾਹੌਲ ਸੀ। ਚਾਰੇ ਬੱਚੇ ਪੜ੍ਹਾਈ ਵਿੱਚ ਹੁਸ਼ਿਆਰ ਸਨ। ਦਿਆਲਚੰਦ ਵੀਰ ਨੇ ਭਾਬੀ ਨੂੰ ਕਿਹਾ ਸੀ ਕਿ ਉਹ ਮੇਰਾ ਵੀ ਪ੍ਰੀਖਿਆ ਫਾਰਮ ਭਰਵਾ ਦੇਵੇ। ਇਹ ਸਭ ਉਹਨਾਂ ਨੇ ਮੈਨੂੰ ਤਰੱਕੀ ਹਾਸਲ ਕਰਵਾਉਣ ਲਈ ਕੀਤਾ ਸੀ। ਉਸ ਦੀਆਂ ਸਖਤ ਹਦਾਇਤਾਂ ਸਨ ਕਿ ਭਾਵੇਂ ਕੁਝ ਵੀ ਹੋ ਜਾਵੇ ਪਰ ਘਰ ਸੰਭਾਲਣ ਤੋਂ ਨਹੀਂ ਹਟੇਂਗੀ। ਸਮੇਂ ਦੇ ਨਾਲ ਮੈਂ ਇਮਤਿਹਾਨ ਵੀ ਪਾਸ ਕਰ ਲਿਆ। ਅੱਜ ਇੰਨੇ ਸਾਲਾਂ ਬਾਅਦ ਮੈਂ ਆਪਣੇ ਦੁੱਖ ਭੁੱਲ ਚੁੱਕੀ ਹਾਂ। ਮੇਰੇ ਕੋਲ ਚੰਗੀ ਨੌਕਰੀ ਸੀ। ਤਨਖਾਹ ਦੇ ਨਾਲ-ਨਾਲ ਪਰਿਵਾਰਿਕ ਕਦਰਾਂ ਕੀਮਤਾਂ ਬਾਰੇ ਵੀ ਵੀਰ ਜੀ ਵੱਲੋਂ ਤੋਹਫੇ ਵਜੋਂ ਦਿੱਤੀਆਂ ਗਈਆਂ ਸਨ। ਸਾਰੇ ਫੈਸਲੇ ਇਕੱਠੇ ਹੀ ਲੈ ਜਾਂਦੇ ਸਨ। ਘਰ ਦੇ ਬਜ਼ੁਰਗ ਆਪਣੇ ਬੁਢਾਪੇ ਦੇ ਅੰਤਿਮ ਸਮੇਂ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਸਨ। ਬੱਚੇ ਨਿਤ ਨਵੀਆਂ ਪੈੜਾਂ ਵੱਲ ਵਧ ਰਹੇ ਸਨ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ।